ਵਿਦਵਾਨ ਅੱਜ ਪਹੁੰਚਣਗੇ ਸੰਗਰੂਰ। ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਸ ਦੀ ਪਾਸਿੰਗ ਆਊਟ ਪਰੇਡ ਦੌਰਾਨ ਸਲਾਮੀ ਲੈਣਗੇ ਸੀਐਮ, ਫਿਰ ਡਿਊਟੀ ਲਈ ਕਰਨਗੇ ਰਵਾਨਾ। ਅੱਜ ਚੰਡੀਗੜ੍ਹ ਆਉਣਗੇ ਕੇਂਦਰ ਸਿਹਤ ਮੰਤਰੀ ਮਨਸੁਖ ਮਾਂਡਵੀਆ। CGHS ਵੈਲਨੈਸ ਸੈਂਟਰ ਦਾ ਕਰਨਗੇ ਉਦਘਾਟਨ, ਫਿਰ ਪਟਿਆਲਾ ਦੀ ਅਨਾਜ ਮੰਡੀ 'ਚ ਇੱਕ ਰੈਲੀ ਨੂੰ ਵੀ ਕਰਨਗੇ ਸੰਬੋਧਨ। फिल्म गदर 2 ਦੇ ਵਿਵਾਦ ਤੇ ਗੁਰਦੁਆਰਾ ਕੋਹਣੀ ਸਾਹਿਬ ਦੀ ਕਮੇਟੀ ਨੇ ਦਿੱਤੀ ਸਫਾਈ। ਕਿਹਾ ਸਾਨੂੰ ਸੀਨ ਬਾਰੇ ਨਹੀਂ ਸੀ ਜਾਣਕਾਰੀ, ਫਿਰ ਵੀ ਕਿਸੇ ਨੂੰ ਠੇਸ ਪਹੁੰਚੀ ਤਾਂ ਮੰਗਦੇ ਹਾਂ ਮੁਆਫੀ। ਵਿਵਾਦ ਨੂੰ ਲੈ ਕੇ ਨਿਊਜ਼ 18 ਤੇ ਬੋਲੇ ਡਾਇਰੈਕਟਰ ਅਨਿਲ ਸ਼ਰਮਾ, ਸ਼ੂਟਿੰਗ ਵੇਲੇ ਧਾਰਮਿਕ ਮਾਮਲਿਆਂ ਦੇ ਜਾਣਕਾਰ ਨੂੰ ਰੱਖਦੇ ਹਾਂ ਨਾਲ, ਫਿਰ ਵੀ ਜੇ ਕੋਈ ਗਲਤੀ ਹੋਈ ਤਾਂ ਮੰਗਦੇ ਹਾਂ ਮੁਆਫੀ। ਡੈਪੂਟੇਸ਼ਨ ਦੇ ਖਤਰੇ ਚੱਲ ਰਹੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਲੀਗਲ ਮਦਦ ਦਾ ਭਰੋਸਾ। ਧਾਲੀਵਾਲ ਬੋਲੇ ਕੈਨੇਡਾ 'ਚ ਬਣਾਵਾਂਗੇ ਵਕੀਲਾਂ ਦਾ ਪੈਨਲ, ਲੀਗਲ ਤੌਰ ਤੇ ਕਰਾਂਗੇ ਵਿਦਿਆਰਥੀਆਂ ਦੀ ਮਦਦ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗਿਆ ਸਹਿਯੋਗ। ਵਿਦਿਆਰਥੀਆਂ ਦੇ ਹੱਕ 'ਚ ਕੈਨੇਡਾ ਦੀ ਪਾਰਲੀਮੈਂਟਰੀ ਕਮੇਟੀ ਨੇ ਪਾਇਆ ਮਤਾ। ਡੈਪੂਟੇਸ਼ਨ ਦੇ ਹੁਕਮ ਰੱਦ ਕਰਨ ਦੀ ਕੀਤੀ ਮੰਗ, ਸਟੂਡੈਂਟਸ ਨੂੰ PR ਦੇਣ ਦੀ ਵੀ ਕੀਤੀ ਵਕਾਲਤ। ਕੈਨੇਡਾ 'ਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਲੈ ਕੇ ਵਿਦੇਸ਼ ਮੰਤਰੀ ਡਾਕਟਰ S ਜੈਸ਼ੰਕਰ ਦਾ ਵੱਡਾ ਬਿਆਨ। ਇਹ ਇੱਕ ਗੰਭੀਰ ਮੁੱਦਾ, ਕੈਨੇਡਾ ਨੇ ਹਿੰਸਾ ਦੀ ਵਕਾਲਤ ਕਰਨ ਵਾਲੇ ਕੱਟੜਪੰਥੀਆਂ ਨੂੰ ਦਿੱਤੀ ਹੋਈ ਹੈ ਜਗ੍ਹਾ। ਇਹ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਲਈ ਨਹੀਂ ਹੈ ਚੰਗਾ। ਅਕਾਲੀ ਦਲ ਛੱਡਣ ਵਾਲੇ ਲੀਡਰਜ਼ ਨੂੰ ਸੁਖਬੀਰ ਸਿੰਘ ਬਾਦਲ ਨੇ ਕੀਤੀ ਘਰ ਵਾਪਸੀ ਦੀ ਅਪੀਲ। ਕਿਹਾ ਜੋ ਵੀ ਗਲਤੀਆਂ ਹੋਈਆਂ ਉਹਨਾਂ ਲਈ ਮੰਗਦਾ ਹਾਂ ਮੁਆਫੀ। ਪਿਤਾ ਦੇ ਵਿਆਹ ਬਾਰੇ ਸੀਐਮ ਮਾਨ ਦੇ ਬਿਆਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਪਲਟਵਾਰ। ਕਿਹਾ ਜੇ ਜਿਉਂਦੇ ਲੋਕਾਂ ਦੀ ਨਹੀਂ ਕਰ ਸਕਦੇ ਇੱਜ਼ਤ ਤਾਂ ਮਰਹੂਮ ਲੋਕਾਂ ਦਾ ਹੀ ਕਰਨਾ ਸਿੱਖੋ ਸਤਿਕਾਰ। ਮੇਰੇ ਪਿਤਾ ਨੇ ਕੀਤਾ ਸੀ ਸਿਰਫ ਇੱਕ ਵਿਆਹ, ਸੀਐਮ ਨੇ 2 ਵਿਆਹਾਂ ਦੀ ਕਹੀ ਸੀ ਗੱਲ। ਸਿੱਧੂ ਨਾਲ ਜੱਫੀ ਤੇ ਪਹਿਲੀ ਵਾਰ ਬੋਲੇ ਵਿਕਰਮ ਮਜੀਠੀਆ। ਮੇਰਾ ਫਲਸਫਾ ਸਿੱਧਾ, ਜਦੋਂ ਕੋਈ ਹੱਥ ਵਧਾਏ ਤਾਂ ਹੰਕਾਰ ਨਹੀਂ ਕਰਦੇ, ਅੱਗੇ ਵੀ ਮਿਲੇਗਾ ਸਤਿਕਾਰ। ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਦਾ ਕੀਤਾ ਐਲਾਨ। ਫਤਿਹਗੜ੍ਹ ਸਾਹਿਬ ਦੇ ਕਿਸਾਨ ਸਰਬਜੀਤ ਸਿੰਘ ਝਿੰਜਰ ਨੂੰ ਸੌਂਪੀ ਕਮਾਨ। ਝਿੰਜਰ ਬੋਲੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਰਾਂਗਾ ਕੰਮ। ਹੁਸ਼ਿਆਰਪੁਰ ਤੇ ਗੁਰਦਾਸਪੁਰ 'ਚ ਐਕਸਾਈਜ਼ ਵਿਭਾਗ ਦਾ ਮੈਗਾ ਆਪਰੇਸ਼ਨ। 7 ਕਿਲੋਮੀਟਰ ਦੇ ਜੰਗਲ 'ਚ ਚਲਾਇਆ ਸਰਚ ਅਭਿਆਨ। ਲਾਹਣ ਦੇਸ਼ੀ ਸ਼ਰਾਬ ਭੱਠੀਆਂ ਸਮੇਤ ਇੱਕ ਕਿਸ਼ਤੀ ਕੀਤੀ ਬਰਾਮਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ, ਜੋ ਕਿ ਬਾਲੀਵੁੱਡ ਸਟਾਰ ਸਨੀ ਦਿਓਲ ਨਾਲ ਜੁੜੀ ਹੋਈ ਹੈ। ਉਹ MP ਵੀ ਨੇ ਗੁਰਦਾਸਪੁਰ ਤੋਂ। ਅਦਾਕਾਰ ਸਨੀ ਦਿਓਲ ਦੀ ਲੀਡ ਰੋਲ ਵਾਲੀ ਫਿਲਮ ਗਦਰ ਪਾਰਟ 2 ਪਰਦੇ ਤੇ ਆਉਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਹੈ। ਵਿਵਾਦ ਉੱਠਿਆ ਹੈ ਗੁਰਦੁਆਰਾ ਸਾਹਿਬ 'ਚ ਫਿਲਮਾਏ ਗਏ ਇੱਕ ਸੀਨ ਨੂੰ ਲੈ ਕੇ। ਗਦਰ 2 ਦਾ ਇਹ ਉਹ ਸੀਨ ਹੈ ਜਿਸ ਤੇ ਵਿਵਾਦ ਸ਼ੁਰੂ ਹੋਇਆ। ਵਿਵਾਦ ਦੀ ਵਜ੍ਹਾ ਬਣਿਆ ਇਸ ਸੀਨ ਦੇ ਵਿੱਚ ਐਕਟਰ ਅਤੇ ਹੀਰੋਇਨ ਦੇ ਹਾਵ-ਭਾਵ, ਜਿਸ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਉਲਟ ਮੰਨਿਆ ਗਿਆ। ਵਿਵਾਦ ਭਖਿਆ ਤਾਂ ਡਾਇਰੈਕਟਰ ਅਨਿਲ ਸ਼ਰਮਾ ਨੇ ਮੁਆਫੀ ਮੰਗੀ। ਟਵੀਟ ਕਰਦਿਆਂ ਲਿਖਿਆ, ਗਦਰ 2 ਦੀ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਸ਼ੂਟ ਨੂੰ ਲੈ ਕੇ ਕੁਝ ਦੋਸਤਾਂ ਦੇ ਮਨ ਦੇ ਵਿੱਚ ਗਲਤਫਹਿਮੀ ਹੈ। ਉਸ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸਭ ਧਰਮ ਸਦਭਾਵ, ਇਹੀ ਸਿੱਖਿਆ ਮਿਲੀ ਹੈ ਮੈਨੂੰ ਤੇ ਇਹੀ ਸਾਡੀ ਗਦਰ 2 ਦੀ ਟੀਮ ਦਾ ਮੰਤਰ ਹੈ। ਡਾਇਰੈਕਟਰ ਦੇ ਇਸ ਬਿਆਨ ਤੋਂ ਬਾਅਦ ਗਦਰ 2 ਦੇ ਵਿਵਾਦ ਤੇ ਗੁਰਦੁਆਰਾ ਕਮੇਟੀ ਦੀ ਸਫਾਈ ਵੀ ਸਾਹਮਣੇ ਆਈ। ਕਮੇਟੀ ਮੈਂਬਰਾਂ ਨੇ ਦਾਅਵਾ ਕੀਤਾ ਕਿ ਅਸੀਂ ਚੰਗੀ ਭਾਵਨਾ ਦੇ ਨਾਲ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਦ੍ਰਿਸ਼ ਫਿਲਮਾਏ ਜਾਣਗੇ। ਗੁਰਦੁਆਰਾ ਕਮੇਟੀ ਨੇ ਇਸ ਵਿਵਾਦ ਪਿੱਛੇ ਫਿਲਮ ਨਿਰਮਾਤਾ ਕੰਪਨੀ ਤੇ ਵੀ ਸਵਾਲ ਖੜੇ ਕੀਤੇ। ਇਹ ਸਾਰੀ GTV ਵਾਲਿਆਂ ਦੀ ਹੀ ਕਾਰਸਤਾਨੀ ਹੈ, ਲੇਕਿਨ ਅਸੀਂ ਫਿਰ ਵੀ ਜਿਹੜੀ ਫਿਲਮ ਦੀ ਪ੍ਰੋਡਕਸ਼ਨ ਕੰਪਨੀ ਹਾਂ ਜਿਹੜੀ ਫਿਲਮ ਦੀ ਪ੍ਰੋਡਕਸ਼ਨ ਕੰਪਨੀ ਹੈ, ਲੇਕਿਨ ਫਿਰ ਵੀ ਅਸੀਂ ਸੰਗਤਾਂ ਨੂੰ ਜਵਾਬ ਦੇ ਹਾਂ। ਸਾਨੂੰ ਇਸ ਸੰਬੰਧੀ ਅਸੀਂ ਪਹਿਲੀ ਗੱਲ ਤਾਂ ਸਾਰੀ ਸਿੱਖ ਸੰਗਤ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਜਾਣੇ ਅਣਜਾਣੇ ਸਾਥੋਂ ਗਲਤੀ ਹੋਈ ਹੈ। ਅਸੀਂ ਉਹਨਾਂ ਨੂੰ ਲਾਅ ਨਹੀਂ ਸੀ ਕਰਨਾ, ਲੇਕਿਨ ਅਸੀਂ ਇਸ ਭਾਵਨਾ 'ਚ ਲਾਅ ਕੀਤਾ ਵਿਸਾਖੀ ਦਾ ਦਿਨ ਹੈ ਤੇ ਕਿਤੇ ਇਹ ਅਸਰ ਨਾ ਪਿਆਵੇ ਕਿ ਆਪਣੇ ਆਪ ਨੂੰ ਗੁਰਦੁਆਰੇ ਦੇ ਮਾਲਕ ਸਮਝਦੇ ਨੇ ਤੇ ਸ਼ਰਧਾਲੂਆਂ ਦਾ ਅਪਮਾਨ ਕਰਦੇ ਨੇ। ਅਸੀਂ ਇਸ ਕਮਜ਼ੋਰੀ ਅਧੀਨ ਉਹਨਾਂ ਨੂੰ ਅਲਾਉ ਕੀਤਾ। ਨਿਰਦੇਸ਼ਕ ਨੇ ਮੁਆਫੀ ਮੰਗੀ, ਕਮੇਟੀ ਨੇ ਵੀ ਮੁਆਫੀ ਮੰਗੀ, ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਮੁੱਦੇ ਤੇ ਜਤਾਇਆ ਗਿਆ ਇਤਰਾਜ਼ ਕਾਇਮ ਹੈ। ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਗਰੇਵਾਲ ਨੇ ਕਿਹਾ ਕਿ ਅਨਿਲ ਸ਼ਰਮਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਅਨਿਲ ਜਿਹੜੇ ਸ਼ਰਮਾ ਜੀ, ਲੋਕਾਂ ਨੂੰ ਇਸ ਗੱਲ ਲਈ ਗੁੰਮਰਾਹ ਨਾ ਕਰੋ।
ਤੁਸੀਂ ਇਸ ਗੱਲ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਪਹਿਲਾਂ ਤੁਹਾਡੇ ਤੋਂ ਕਿਸੇ ਤਰ੍ਹਾਂ ਕੋਈ ਸ਼ਾਇਦ ਗਲਤੀ ਰਹਿ ਗਈ ਹੋਵੇ ਅਣਜਾਣੇ ਵਿੱਚ, ਪਰ ਹੁਣ ਤੁਸੀਂ ਸ਼ਰੇਆਮ ਗੁੰਮਰਾਹ ਕਰ ਰਹੇ ਹੋ। ਤੁਹਾਡੇ ਖਿਲਾਫ ਇਸ ਗੱਲ ਦੀ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਅਸੀਂ ਇਹ ਗੱਲ ਕੀਤੀ ਸੀ ਇਹ ਸਿੱਖ ਮਰਜ਼ਾਦਾ ਦੀ ਗੱਲ ਸੀ, ਸੋ ਤੁਸੀਂ ਉਸ ਨੂੰ ਮਜ਼ਾਕ ਬਣਾਇਆ। ਵਿਵਾਦ ਸ਼ੁਰੂ ਹੋ ਚੁੱਕਿਆ ਹੈ, ਪਰ ਵਿਵਾਦ ਪਿੱਛੇ ਕੀ ਫਿਲਮ ਦੀ ਪਬਲਿਸਿਟੀ ਵਾਲੀ ਸੋਚ ਹੈ ਜਾਂ ਇਹ ਅਣਜਾਣਪੁਣੇ ਵਿੱਚ ਹੋਈ ਗਲਤੀ ਹੈ, ਇਹ ਤੈਅ ਕੀਤਾ ਜਾਣਾ ਜ਼ਰੂਰੀ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਥੇ ਨਿਊਜ਼ 18 ਤੇ ਫਿਲਮ ਦੇ ਡਾਇਰੈਕਟਰ ਨੇ ਸਪਸ਼ਟੀਕਰਨ ਵੀ ਦਿੱਤਾ ਹੈ। ਗਦਰ 2 ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸ਼ੂਟਿੰਗ ਵੇਲੇ ਅਸੀਂ ਧਾਰਮਿਕ ਜਾਣਕਾਰ ਨਾਲ ਰੱਖਦੇ ਹਾਂ। ਅਨਿਲ ਸ਼ਰਮਾ ਦਾ ਕਹਿਣਾ, ਉਹਨਾਂ ਨੇ ਕਿਹਾ ਕਿ ਮੈਂ ਸਿੱਖ ਧਰਮ ਦਾ ਸਨਮਾਨ ਕਰਦਾ ਹਾਂ, ਮੈਂ ਸਿੱਖਾਂ ਨੂੰ ਲੈ ਕੇ ਪਹਿਲਾਂ ਵੀ ਕਈ ਫਿਲਮਾਂ ਬਣਾਈਆਂ ਨੇ। ਸਪਸ਼ਟੀਕਰਨ ਦਿੱਤਾ ਗਿਆ ਹੈ ਨਿਊਜ਼ 18 ਤੇ ਅਨਿਲ ਸ਼ਰਮਾ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਅਸੀਂ ਵਿਵਾਦਾਂ ਜ਼ਰੀਏ ਕੋਈ ਬ੍ਰਾਂਡਿੰਗ ਨਹੀਂ ਕਰਨਾ ਚਾਹੁੰਦੇ, ਜੇ ਕੋਈ ਗਲਤੀ ਹੋਈ ਹੈ ਤੇ ਮੈਂ ਮਾਫੀ ਮੰਗਦਾ ਹਾਂ। ਤੇ ਸਪਸ਼ਟੀਕਰਨ ਦਿੱਤਾ ਹੈ ਨਿਊਜ਼ 18 ਤੇ ਫਿਲਮ ਡਾਇਰੈਕਟਰ ਅਨਿਲ ਸ਼ਰਮਾ ਨੇ। ਕਾਬਲੇ ਗੌਰ ਹੈ ਕਿ ਪੰਚਕੂਲਾ ਦਾ ਇੱਕ ਗੁਰਦੁਆਰਾ ਹੈ ਜਿੱਥੇ ਕਿ ਗਦਰ 2 ਮੂਵੀ ਦਾ ਜੋ ਇੱਕ ਸੀਨ ਹੈ ਉਹ ਫਿਲਮਾਇਆ ਗਿਆ ਸੀਗਾ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਤਰਾਜ਼ਯੋਗ ਫਿਲਮ ਜੋ ਸੀਨ ਹੈ ਫਿਲਮਾਇਆ ਗਿਆ ਹੈ। ਆਸੇ-ਪਾਸੇ ਵੇਖਿਆ ਜਾ ਸਕਦਾ ਹੈ ਕਿ ਗੱਤਕਾ ਖੇਡਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ SGPC ਨੇ ਵੀ ਕਰੜਾ ਇਤਰਾਜ਼ ਜਤਾਇਆ ਹੈ। ਤੇ ਹੁਣ ਨਿਊਜ਼ 18 ਤੇ ਫਿਲਮ ਡਾਇਰੈਕਟਰ ਦਾ ਸਪਸ਼ਟੀਕਰਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੈਂ ਸਿੱਖਾਂ ਨੂੰ ਲੈ ਕੇ ਪਹਿਲਾਂ ਵੀ ਕਈ ਫਿਲਮਾਂ ਬਣਾਈਆਂ ਨੇ, ਅਸੀਂ ਵਿਵਾਦ ਜ਼ਰੀਏ ਕੋਈ ਬ੍ਰਾਂਡਿੰਗ ਨਹੀਂ ਕਰਨਾ ਚਾਹੁੰਦੇ, ਜੇ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗਦਾ। अनिल शर्मा जी, आपका बहुत बहुत स्वागत है न्यूज 18 पंजाब पर। जी धन्यवाद। अच्छा अनिल शर्मा जी, एक गुरुद्वारा की हदूद में एक सीन शूट हुआ है गुरुद्वारा प्रीमाइसिस में, जिसको लेके SGPC ने और सिख जत्थेबंदियों ने ऑब्जेक्शन रेज किया है, इस पे आपका क्या कहना है? देखिए जी, उसके लिए मैं ऑलरेडी अपना स्टेटमेंट जारी कर चुका हूं। आज मैंने सुबह ट्वीट किया था। मेरी वजह से अगर किसी की भी भावना आहत होती हो तो मैं उसके लिए क्षमा चाहता हूं। मैं तो किसी की भावना कभी आहत करता ही नहीं हूं। और रही बात इस वीडियो की, तो ये किसी ने अपने पर्सनल वीडियो से, जो इतना सैकड़ों हजारों का जो क्राउड आता है, कहीं दूर से कोई एक अपना वीडियो बना लिया है, जो फिल्म का पूरी तरह से हिस्सा भी नहीं है, अनएडिटेड पोर्शन है। तो बिना देखे बिना कहे किसी बात पे कुछ भी कहने का कोई अर्थ होता ही नहीं है। और हमने जो भी शूटिंग की है वो शूटिंग सारी मान मर्यादा और सारी चीजों को ख्याल रख के करते हैं। मैंने गदर भी बनाई थी, सिंह साहब भी ग्रेट बनाई थी। हमेशा हर धर्म का मैंने सर्वधर्म समभाव में मैं बिलीव रखता हूँ, तो वो तो मैंने हमेशा हर धर्म का ही इज्जत की है। और मेरी तो किस्मत इतनी अच्छी है, बाबा की मुझ पर इतनी मेहर है कि जिस दिन मैंने फिल्म की शूटिंग शुरू की थी पंजाब में, पालमपुर में, तो मुझे सौभाग्य मिला कि अमृतसर में उतरा और दरबार साहब के दर्शन करने गया। और किस्मत की बात थी, मैंने तो कभी सोचा ही नहीं था कि लास्ट डे की लास्ट शूट मेरी चंडीगढ़ में होगी। और चंडीगढ़ में जब मैं शूट करके फिर मुझे अवसर मिला, फिर मुझे मौका मिला और बाबा ने मुझे बुला लिया और मैं चंडीगढ़ से अमृतसर पहुंचा और दरबार साहब के दर्शन करके आया। तो मुझ पर तो इतनी बाबा की मेहर है, मैं तो इतना मानता हूँ, मैं तो कोई ऐसा कार्य कर ही नहीं सकता जो कि किसी को भी हट करे। तो ये एक जो भी एक चीज उठी, मैं खुद भी हैरान हूँ इससे। और इसके पीछे मेरा कोई ऐसा या गदर टीम का या जी का या सनी सर का या किसी का कोई इरादा नहीं है कि हम किसी को हर्ट करें। नहीं तो आपने इसके लिए जो गुरुद्वारा है उनके प्रबंधकों से परमिशन ली आपने इस सीन के लिए? बिना प्रबंधकों के परमिशन के शूटिंग हो सकती है क्या, आप ही बताइए पहली चीज। और हमने जो भी शूटिंग की वो रोड पे शूटिंग की, बाहर हम कोई गुरुद्वारे के अंदर तो शूटिंग की नहीं, गुरुद्वारे के बाहर ही हमने शूटिंग की है। जो आप देखो पीछे गुरुद्वारा दिख रहा है, तो हमने तो बाहर से ही शूटिंग की है। और ये जिस तरह से इसको पेश किया गया है कुछ अलग ढंग से किसी ने अपने एंगल से शूट किया हुआ है। फिल्म का एंगल डेफिनेटली वो नहीं है। नहीं, गुरुद्वारा प्रबंधक वालों ने आज प्रेस कॉन्फ्रेंस करके बोला है कि उन्हें उसकी डिटेल जानकारी नहीं दी गई थी। नहीं, कौन सी जानकारी? हमने तो ऐसा कोई सीन ही नहीं शूट किया गया। जो दिखा है वो फिल्म में है ही नहीं। वो तो कोई रिहर्सल चल रही थी, कोई चीज चल रही थी, वो शूट हुई है। नहीं, एक्चुअली अनिल शर्मा जी, आप नहीं मानते कि कई बार ऐसी मूवीज आती हैं तो मूवी से पहले कोई कंट्रोवर्सी क्रिएट कर दी जाती है ताकि मूवी को ब्रांडिंग मिल जाए? हमने तो कोई कंट्रोवर्सी क्रिएट ही नहीं की, ना हम चाहते हैं और ना हम किसी को हट करना चाहते हैं। ये सब तो हमारे मन में भी नहीं है और हमारे तो जहन में भी नहीं है। और हम तो अगर ऐसा जहन में होता और कंट्रोवर्सी हमें क्रिएट करनी होती तो आज सुबह ही हमने स्टेटमेंट क्यों जारी किया होता। हम तो कहते हैं, हम तो बिल्कुल चुप रहते और हम क्यों आपके चैनल पे आते।
नहीं चुप रहते ना, हम क्यों आपके चैनल पे आते? नहीं, फिर तो भी हमने देखिए तो- देखिए ये बॉलीवुड या हॉलीवुड में ये चलन होता है कि जो भी मूवी आ रही है उससे पहले कोई ऐसी कंट्रोवर्सी क्रिएट हो जाए जिससे मूवी को ब्रांडिंग मिल जाए। ये भाई साहब, आपकी ऐसी थिंकिंग हो सकती है, हमारी नहीं है ना। हमने कभी ऐसा किया है ना, हमें कभी जरूरत पड़ी है। हम तो फिल्म में बिलीव करते हैं, अच्छी फिल्म बनाते हैं और लोगों के मजहब और धर्म सबकी इज्जत करते हैं और सबके सम्मान के साथ चलते हैं। नहीं, देखिए इससे पहले भी आप सिखिज्म से रिलेटेड कई मूवीज बना चुके हैं, तो आपकी जब मूवी शूट होती है तो कोई सिख इंटेलेक्चुअल को आप साथ में रखते हैं जो कि आपको मर्यादा वगैरह के बारे में गाइड कर सके? हमेशा इसमें भी है, हमेशा ये रहता है, हमेशा ही रखते हैं। गदर में भी थी, सिंह साहब दी ग्रेट में भी, तो इसमें भी है। हमेशा हम तो सिख भी इंटेलेक्चुअल साथ में रखते हैं, मुस्लिम इंटेलेक्चुअल भी साथ में रखते हैं, हिंदू इंटेलेक्चुअल भी साथ में रखते हैं, सबके लोगों को हम साथ में रखते हैं। और ताकि हम देखिए, हमारा दर्शक पब्लिक है, हम किसी को हट करके हमें क्या मिलेगा? हम तो सर्वधर्म समभाव में यकीन रखते हैं। तो हमने तो कभी ना ऐसा किया है, ना हम कभी ऐसा करेंगे। ना गदर ने, पिछली गदर में भी देखो हमने कितना सम्मान दिया सिखिज्म को, सिंह साहब में भी देखिए। और ये तो हम सम्मान देना दें, सिखिज्म है ही सम्मान के लायक। हमारे सम्मान देने ना देने से गुरुओं ने जो इतना सेक्रीफाइसेस किए हैं और जो इतने, मतलब वो तो इतिहास है, वो तो एक ऐसी चीज है कि मैं जब कभी जाता हूँ हरमिंदर साहब में और वहां अंदर जाके वो चित्रकारियां देखता हूँ और फोटोग्राफ देखता हूँ, तो मुझे दिखता है कि कितनी कुर्बानियां की हैं, कितने मतलब संसार में उसका कोई मुकाबला हो ही नहीं सकता। जो चीज अमुकाबला वाली हो, जो चीज का कोई मुकाबला, उसके बारे में कोई गलत क्या कर सकता है और क्या कह सकता है और कुछ कोई क्यों करेगा? तो आखिर में आप क्या कहना करता हूँ? मैं तो यही कहता हूँ, मैं बहुत रेस्पेक्ट करता हूँ। और मैंने कोई ऐसा कार्य या गदर टीम ने कोई ऐसा कार्य नहीं किया। ये तो कहीं से गलतफहमी क्रिएट हो गई है और वो जिस गलतफहमी क्रिएट करने वाले को भी नहीं पता उसने गलतफहमी क्रिएट की है। एक्चुअली मैं उनको भी किसी को कोई दोष नहीं देता हूँ। समाओ ये गलतफहमी क्रिएट हो गई है और इस गलतफहमी को ये आगे ना बढ़े, इसीलिए मैं आपने जब मुझे टेलीफोन किया तो मैं आपके चैनल पे आया कि भाई कि मेरे मन में कोई पाप नहीं है, मेरे मन में कोई वो नहीं है। मैं इसीलिए उस चीज को क्लियर करना चाहता हूँ कि भाई हम सर्वधर्म समभाव में यकीन रखते हैं, हम सबका सम्मान करते हैं, हम किसी के खिलाफ नहीं है। हाँ, और हम सबके साथ हैं, हम सबके सहयोग में हैं और हमें बहुत इज्जत है सिख धर्म की। ਖਬਰਾਂ ਦੇ ਹੋਰ ਅਪਡੇਟ ਲਈ ਤੁਸੀਂ ਸਾਡੀ ਵੈਬਸਾਈਟ ਤੇ ਵੀ ਲੌਗਇਨ ਕਰ ਸਕਦੇ ਹੋ www.punjab.news18.com। ਅੱਗੇ ਵਧਾਂਗੇ ਤੇ ਰੁਕ ਕਰਾਂਗੇ ਅਗਲੀ ਖਬਰ ਦਾ। ਕੈਨੇਡਾ 'ਚ ਡਿਪੋਰਟ ਹੋਣ ਦੀ ਕਗਾਰ ਤੇ ਬੈਠੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ। ਇਸ ਵਿਚਾਲੇ ਇਹ ਮੁੱਦਾ ਕੈਨੇਡਾ ਦੀ ਸੰਸਦ 'ਚ ਵੀ ਗੂੰਜਿਆ ਤੇ ਪਾਰਲੀਮੈਂਟਰੀ ਕਮੇਟੀ ਨੇ ਵਿਦਿਆਰਥੀਆਂ ਦੇ ਹੱਕ 'ਚ ਮਤਾ ਵੀ ਪਾਇਆ। ਪੰਜਾਬ ਸਰਕਾਰ ਵੀ ਇਸ ਮੁੱਦੇ ਤੇ ਕੰਮ ਕਰ ਰਹੀ ਹੈ। ਕੈਨੇਡਾ ਪੜ੍ਹਾਈ ਕਰਨ, ਆਪਣੀ ਜ਼ਿੰਦਗੀ ਸਵਾਰਨ ਗਏ ਬਹੁਤ ਸਾਰੇ ਵਿਦਿਆਰਥੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਨੇ। ਕਾਲਜਾਂ ਦੇ ਫੇਕ ਆਫਰ ਲੈਟਰ ਦਿੱਤੇ ਗਏ ਤੇ ਜਦ ਪੀਆਰ ਦੀ ਵਾਰੀ ਆਈ ਤਾਂ ਉਹਨਾਂ ਨੂੰ ਡਿਪੋਰਟ ਕਰਨ ਦੇ ਹੁਕਮ ਹੋ ਗਏ। ਕਈਆਂ ਨੂੰ ਡਿਪੋਰਟ ਕਰਨ ਦੇ ਹੁਕਮ ਹੋ ਚੁੱਕੇ ਨੇ, ਕਈਆਂ ਦੇ ਕੇਸਾਂ ਦੀ ਜਾਂਚ ਹੋ ਰਹੀ ਹੈ ਤੇ ਕਈਆਂ ਨੂੰ ਉਦੋਂ ਪਤਾ ਲੱਗੇਗਾ ਜਦੋਂ ਪੀਆਰ ਦੀ ਫਾਈਲ ਲਾਉਣਗੇ। ਇਸ ਸਭ ਦੇ ਖਿਲਾਫ ਕੈਨੇਡਾ 'ਚ 10 ਦਿਨ ਤੋਂ ਪ੍ਰਦਰਸ਼ਨ ਹੋ ਰਹੇ ਨੇ ਤੇ ਹੁਣ ਮਾਮਲਾ ਕੈਨੇਡਾ ਦੀ ਸੰਸਦ 'ਚ ਵੀ ਗੂੰਜਿਆ, ਜਿੱਥੇ ਐਮਪੀ ਜਗਮੀਤ ਸਿੰਘ ਦੇ ਸਵਾਲ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਂਚ ਤੇ ਸੁਣਵਾਈ ਦਾ ਭਰੋਸਾ ਦਿੱਤਾ। Mr. Speaker, we are deeply aware of cases of international students facing removal orders over fraudulent college acceptance letters. To be clear, our focus is on identifying the culprits, not penalizing the victims. Victims of fraud will have an opportunity to demonstrate their situation and present evidence to support their case. We recognize the immense contributions international students bring to our country, and we remain committed to supporting victims of fraud as we evaluate each case. ਕੈਨੇਡਾ ਦੀ ਪਾਰਲੀਮਾਨੀ ਸਟੈਂਡਿੰਗ ਕਮੇਟੀ ਨੇ ਵੀ ਵਿਦਿਆਰਥੀਆਂ ਦੇ ਹੱਕ 'ਚ ਮਤਾ ਪਾਇਆ ਤੇ ਕਿਹਾ ਕਿ ਡਿਪੋਰਟੇਸ਼ਨ ਰੋਕੀ ਜਾਵੇ ਤੇ ਵਿਦਿਆਰਥੀਆਂ ਨੂੰ ਪੀਆਰ ਦਿੱਤੀ ਜਾਵੇ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਹ ਮਤਾ ਲਿਆਉਣ ਵਾਲੇ ਐਮਪੀਜ਼ ਦਾ ਸ਼ੁਕਰੀਆ ਅਦਾ ਕੀਤਾ। We are requesting everyone to please support our campaign, and also we want to give special thanks to Mr. Brad and Mr. Jenny Cohen who pushed the motion in the standing committee and helped the students.
ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਇਸ ਮਸਲੇ ਤੇ ਐਮਰਜੈਂਸੀ ਮੀਟਿੰਗ ਸੱਦੀ ਤੇ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਅਸੀਂ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਜੀ ਦੀ ਅਸੀਂ ਦੋਵਾਂ ਨੇ ਬੈਠ ਕੇ ਡਿਸਾਈਡ ਕੀਤਾ ਕਿ ਇੱਕ ਜਿਹੜਾ ਪੈਨਲ ਹੈ ਵਕੀਲਾਂ ਦਾ, ਐਡਵੋਕੇਟਸ ਦਾ ਜਿਹੜਾ ਪੈਨਲ ਹੈ, ਜਿਹੜਾ ਉੱਥੇ ਹੈ ਕੈਨੇਡਾ ਦੇ ਵਿੱਚ, ਇੱਥੇ ਨਹੀਂ, ਕੈਨੇਡਾ ਦੇ ਜਿਹੜੇ ਵਕੀਲ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ, ਉਹਨਾਂ ਦਾ ਪੈਨਲ ਜਿਹੜਾ ਉਹ ਅਸੀਂ ਤਿਆਰ ਕਰਾਂਗੇ। ਉਹ ਆਪ ਖੁਦ ਬਿਨਾਂ ਕੋਈ ਫੀਸ ਲਿਆ ਮਤਲਬ ਜਿਹੜਾ ਉਹ ਇਹਨਾਂ ਸਟੂਡੈਂਟਾਂ ਦੀ ਪੰਜਾਬ ਸਰਕਾਰ ਦੇ ਤਰਫੋਂ ਹੈਲਪ ਕਰਨ ਲਈ ਜਿਹੜੇ ਤਿਆਰ ਹੋਏ। ਪੰਜਾਬ ਸਰਕਾਰ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੂੰ ਵੀ ਇੱਕ ਚਿੱਠੀ ਲਿਖੀ ਹੈ ਤੇ ਕਿਹਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਪੰਜਾਬ ਨਾਲ ਸੰਬੰਧ ਰੱਖਦੇ ਨੇ। ਕਈਆਂ ਨੇ ਜ਼ਮੀਨਾਂ ਵੇਚ ਕੇ ਗਿਰਵੀ ਰੱਖ ਕੇ ਫੀਸਾਂ ਭਰੀਆਂ ਨੇ ਤੇ ਇਹ 5-6 ਸਾਲ ਤੋਂ ਕੈਨੇਡਾ 'ਚ ਰਹਿ ਰਹੇ ਨੇ। ਇਹਨਾਂ ਵਿਦਿਆਰਥੀਆਂ ਨੂੰ ਫੌਰੀ ਰਾਹਤ ਦਿੱਤੀ ਜਾਵੇ ਤੇ ਪੀਆਰ ਦੇ ਲਈ ਰਸਤੇ ਖੋਲੇ ਜਾਣ। ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਵੀ ਕਿਹਾ ਕਿ ਕੈਨੇਡਾ ਦੀ ਸਰਕਾਰ ਨਾਲ ਗੱਲ ਹੋ ਰਹੀ ਹੈ, ਪੀੜਤ ਵਿਦਿਆਰਥੀਆਂ ਦੇ ਨਾਲ ਇਹ ਜ਼ਿਆਦਤੀ ਨਹੀਂ ਹੋਣੀ ਚਾਹੀਦੀ। If if a student has done no wrong, they accept the idea that they have to find some solution for it. So we will continue to press, and I would very much hope that the Canadian system is fair in that regard. ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਭਰੋਸੇ ਅਤੇ ਸਟੈਂਡਿੰਗ ਕਮੇਟੀ ਦੇ ਮਤੇ ਤੋਂ ਬਾਅਦ ਵਿਦਿਆਰਥੀਆਂ ਲਈ ਇੱਕ ਉਮੀਦ ਜਾਗੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਡਿਪੋਰਟੇਸ਼ਨ ਦੇ ਹੁਕਮ ਵਾਪਸ ਲੈ ਲਏ ਜਾਣ, ਪਰ ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਵਿਦਿਆਰਥੀ ਇਸ ਦੇ ਸ਼ਿਕਾਰ ਨਾ ਹੋਣ। ਚੰਡੀਗੜ੍ਹ ਤੋਂ ਅਰਸ਼ਦੀਪ ਸੰਧੂ ਦੇ ਨਾਲ ਪੰਕਜ ਕਪਾਹੀ, ਨਿਊਜ਼ 18। ਕੈਨੇਡਾ 'ਚ ਇੰਦਰਾ ਗਾਂਧੀ ਦੇ ਕਤਲ ਦੀ ਇੱਕ ਵਿਵਾਦਿਤ ਝਾਕੀ ਕੱਢੀ ਗਈ। ਕਤਲ ਦੀ ਝਾਕੀ ਤੇ ਹੁਣ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਇੱਕ ਵੱਡਾ ਤੇ ਗੰਭੀਰ ਮਸਲਾ ਹੈ, ਵੱਖਵਾਦੀਆਂ ਕੱਟੜਪੰਥੀਆਂ ਨੂੰ ਜਗ੍ਹਾ ਦੇਣਾ ਵੱਡਾ ਮੁੱਦਾ ਹੈ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੀਆਂ, ਤਸਵੀਰਾਂ 4 ਜੂਨ ਦੀਆਂ ਨੇ, ਕੈਨੇਡਾ ਦੇ ਬਰੈਂਪਟਨ ਦੀਆਂ ਨੇ, ਜਿੱਥੇ ਕਿ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਚਲਦੇ ਆ ਝਾਕੀ ਕੱਢੀ ਗਈ ਸੀਗੀ। ਉੱਥੇ ਹੀ ਐਸ ਜੈਸ਼ੰਕਰ ਦਾ ਇਸ ਤੇ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਤੇ ਵੀ ਚੁੱਕੇ ਸਵਾਲ ਨੇ। ਉਹਨਾਂ ਨੇ ਹਿੰਸਾ ਦੀ ਵਕਾਲਤ ਕਰਨ ਵਾਲੇ ਲੋਕਾਂ ਨੂੰ ਥਾਂ ਦਿੱਤੀ ਜਾ ਰਹੀ ਹੈ, ਐਸ ਜੈਸ਼ੰਕਰ ਨੇ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਭਾਰਤ ਕੈਨੇਡਾ ਦੇ ਰਿਸ਼ਤਿਆਂ ਲਈ ਚੰਗਾ ਨਹੀਂ ਹੈ, ਕੈਨੇਡਾ ਲਈ ਵੀ ਇਹ ਠੀਕ ਨਹੀਂ ਹੈ। Float issue used. Let me actually answer it, because I think there's a bigger issue involved, and the bigger issue involved is really the space that Canada has continuously and frankly to us, we are at a loss to understand, other than the requirements of vote bank politics, why anybody would do this. Because if you look at their history, I mean, you would imagine that they learn by the history and they wouldn't like to repeat their history. So it isn't only one incident, however egregious it may be. I think there is a larger underlying issue about the space which is given to separatists, to extremists, to people who advocate violence. And I think it's not good for the relationship, and I think it's not good for ਤੇ ਕੈਨੇਡਾ 'ਚ ਕੱਢੀ ਗਈ ਇੰਦਰਾ ਗਾਂਧੀ, ਤਤਕਾਲੀ ਇੰਦਰਾ ਗਾਂਧੀ ਜੋ ਪੀਐਮ ਸੀਗੇ ਭਾਰਤ ਦੇ, ਉਹਨਾਂ ਦੀ ਵਿਵਾਦਿਤ ਝਾਂਕੀ ਕੱਢੀ ਗਈ ਕਤਲ ਦੀ, ਜਿਸ ਨੂੰ ਲੈ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਇੱਕ ਵੱਡਾ ਤੇ ਗੰਭੀਰ ਮਸਲਾ ਹੈ, ਵੱਖਵਾਦੀਆਂ ਕੱਟੜਪੰਥੀਆਂ ਨੂੰ ਜਗ੍ਹਾ ਦੇਣਾ ਇੱਕ ਵੱਡਾ ਮੁੱਦਾ ਹੈ। ਕੈਨੇਡਾ ਸਰਕਾਰ ਤੇ ਵੀ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ। ਉਹਨਾਂ ਨੇ ਕਿਹਾ ਕਿ ਹਿੰਸਾ ਦੀ ਵਕਾਲਤ ਕਰਨ ਵਾਲੇ ਲੋਕਾਂ ਨੂੰ ਥਾਂ ਦਿੱਤੀ ਜਾ ਰਹੀ ਹੈ, ਕੈਨੇਡਾ ਲਈ ਇਹ ਬਿਲਕੁਲ ਠੀਕ ਨਹੀਂ ਹੈ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ 4 ਜੂਨ ਦੀਆਂ, ਜਦੋਂ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਆ ਵਿਵਾਦਿਤ ਝਾਕੀ ਕੱਢੀ ਗਈ, ਜਿਸ ਨੂੰ ਲੈ ਕੇ ਹੁਣ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਆਇਆ ਹੈ। ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਕੈਨੇਡਾ ਸਰਕਾਰ ਤੇ।